ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਹਾਂ ਜਸਪਾਲ ਕੌਰ। ਮੈਂ ਹੈਲਥ ਕੇਅਰ ਦਾ ਵਿਸ਼ਾ ਪੜ੍ਹਾਉਂਦੀ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮੰਡਗੜ੍ਹ ਵਿਖੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਕਰੋਨਾ ਵਾਇਰਸ ਦੇ ਚਲਦਿਆਂ ਜੋ ਆਪਣੇ ਸਕੂਲ ਅਜੇ ਤੱਕ ਨਹੀਂ ਖੁੱਲ੍ਹੇ ਹੈਗੇ, ਪਰ ਫਿਰ ਵੀ ਵਿਦਿਆਰਥੀਆਂ ਦੀ ਜੋ ਪੜ੍ਹਾਈ ਹੈ ਉਹ ਜਾਰੀ ਹੈ। ਪੰਜਾਬ ਦੇ ਜਿਹੜੇ ਟੀਚਰਸ ਨੇ ਉਹ ਵੱਖਰੇ ਵੱਖਰੇ ਮਾਧਿਅਮ ਨੂੰ ਵਰਤੋਂ ਕਰਕੇ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਨੇ। ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਸ ਮੁਹਿੰਮ ਰਾਹੀਂ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ 9ਵੀਂ ਕਲਾਸ ਦੇ NSQF ਦੇ ਇੰਪਲੋਏਬਿਲਟੀ ਸਕਿੱਲ ਦਾ ਟੌਪਿਕ ਸੈਂਟੈਂਸਿਸ ਅੱਜ ਸਮਝਾਵਾਂਗੀ। ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੇ ਇਸ ਬਾਰੇ ਇੰਗਲਿਸ਼ ਗ੍ਰਾਮਰ, ਪੰਜਾਬੀ ਗ੍ਰਾਮਰ ਦੇ ਵਿੱਚ ਜ਼ਰੂਰ ਪੜ੍ਹਿਆ ਹੋਏਗਾ ਕਿ ਇੱਕ ਵਾਕ ਹੈ, ਇੱਕ ਸੈਂਟੈਂਸ ਹੈ, ਉਹ ਕੀ ਹੁੰਦਾ ਹੈ, ਕਿੱਦਾਂ ਬਣਦਾ ਹੈ, ਕਿਹੜੇ ਕਿਹੜੇ ਉਹਦੇ ਮੇਨ ਹਿੱਸੇ ਹੁੰਦੇ ਨੇ ਅਤੇ ਕਿਹੜੀ ਕਿਹੜੀ ਕਿਸਮ ਦੇ ਸੈਂਟੈਂਸਿਸ ਹੁੰਦੇ ਨੇ। ਆਪਾਂ ਨੇ ਇਹੀ ਚੀਜ਼ਾਂ ਅੱਜ ਪੜ੍ਹਨੀਆਂ ਨੇ। ਅਤੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਮੇਰਾ ਇਹ ਟੌਪਿਕ ਸੁਣੋਗੇ, ਜਦੋਂ ਤੁਸੀਂ ਇਹ ਟੌਪਿਕ ਸਮਝੋਗੇ ਤਾਂ ਤੁਸੀਂ ਉਹ ਚੀਜ਼ਾਂ ਨੂੰ ਵੀ ਆਪਣੇ ਮਾਈਂਡ 'ਚ ਰੱਖਣਾ ਹੈ ਜੋ ਤੁਸੀਂ ਪੰਜਾਬੀ ਗ੍ਰਾਮਰ ਅਤੇ ਇੰਗਲਿਸ਼ ਗ੍ਰਾਮਰ ਦੇ ਵਿੱਚ ਪੜ੍ਹਿਆ ਹੋਇਆ ਹੈ, ਅਤੇ ਤੁਹਾਨੂੰ ਇਹ ਜਿਹੜਾ ਟੌਪਿਕ ਹੈਗਾ ਉਹ ਅੱਛੀ ਤਰ੍ਹਾਂ ਨਾਲ ਸਮਝ ਆਏਗਾ। ਸਭ ਤੋਂ ਪਹਿਲਾਂ ਦੇਖੋ ਜੀ, ਆਪਾਂ ਦੇਖਣਾ ਹੈ ਕਿ ਜੋ ਇੱਕ ਸੈਂਟੈਂਸ ਹੁੰਦਾ ਉਹਦੇ ਕੀ ਕੀ ਹਿੱਸੇ ਹੁੰਦੇ ਨੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਦੇਖੋ, ਜਿਵੇਂ ਤੁਹਾਨੂੰ ਪੰਜਾਬੀ ਗ੍ਰਾਮਰ ਅਤੇ ਇੰਗਲਿਸ਼ ਗ੍ਰਾਮਰ ਦੇ ਟੀਚਰਸ ਨੇ ਦੱਸਿਆ ਹੋਏਗਾ ਕਿ ਜਿਹੜਾ ਸੈਂਟੈਂਸ ਹੈਗਾ ਉਹਦੇ ਵਿੱਚ 3 ਮੇਨ ਚੀਜ਼ ਹੁੰਦੀ ਹੈ। ਇੱਕ ਸੈਂਟੈਂਸ ਨੂੰ ਕੰਪਲੀਟ ਕਰਨ ਲਈ ਉਹਦੇ ਵਿੱਚ 3 ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜ਼ਰੂਰੀ ਨੇ। ਸਭ ਤੋਂ ਪਹਿਲਾਂ ਹੈਗਾ ਸਬਜੈਕਟ, ਫਿਰ ਵਰਬ, ਫਿਰ ਓਬਜੈਕਟ। ਸਬਜੈਕਟ ਕੀ ਹੁੰਦਾ? ਸਬਜੈਕਟ ਕੋਈ ਵੀ ਵਸਤੂ ਜਾਂ ਇਨਸਾਨ ਹੋ ਸਕਦਾ ਜੋ ਕਿ ਕਿਰਿਆ ਕਰ ਰਿਹਾ ਹੈ। ਠੀਕ ਹੈ ਜੀ। ਅਤੇ ਜਿਹੜਾ ਵਰਬ ਹੈ ਉਹ ਕੀ ਦੱਸਦਾ ਕਿ ਕਿਰਿਆ ਕੀ ਹੋ ਰਹੀ ਹੈ ਅਤੇ ਕਿਸ ਕਾਲ ਦੇ ਵਿੱਚ ਹੋ ਰਹੀ ਹੈ, ਪਾਸਟ ਦੇ ਵਿੱਚ ਹੋ ਰਹੀ ਹੈ, ਪ੍ਰੈਜ਼ੈਂਟ 'ਚ ਹੋ ਰਹੀ ਹੈ ਜਾਂ ਫਿਊਚਰ 'ਚ ਹੋਏਗੀ। ਇਸੇ ਤਰ੍ਹਾਂ ਤੀਸਰਾ ਹੁੰਦਾ ਹੈ ਓਬਜੈਕਟ। ਓਬਜੈਕਟ ਕੀ ਹੁੰਦਾ? ਜੋ ਕੋਈ ਵੀ ਇਨਸਾਨ ਜਾਂ ਕੋਈ ਵੀ ਵਸਤੂ ਜੋ ਉਸ ਕਿਰਿਆ ਨੂੰ ਪ੍ਰਾਪਤ ਕਰਦਾ ਹੈ। ਕਿਹੜੀ ਕਿਰਿਆ ਨੂੰ ਪ੍ਰਾਪਤ ਕਰਦਾ ਹੈ? ਜੋ ਕਿ ਸਬਜੈਕਟ ਨੇ ਕੀਤੀ ਹੈ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਜਿਵੇਂ ਕਿ ਦਿਵਿਆ ਰੀਡਸ ਏ ਬੁੱਕ। ਦਿਵਿਆ ਕਿਤਾਬ ਪੜ੍ਹਦੀ ਹੈ। ਇਸ ਦੇ ਵਿੱਚ ਦੇਖੋ ਦਿਵਿਆ ਕੀ ਹੈ? ਸਬਜੈਕਟ, ਕਿਉਂਕਿ ਦਿਵਿਆ ਕਿਰਿਆ ਕਰ ਰਹੀ ਹੈ। ਕੀ ਕਰ ਰਹੀ ਹੈ? ਉਹ ਵਰਬ ਦੱਸੀ ਹੋਈ ਹੈ ਇਹਨਾਂ ਨੇ, ਰੀਡਸ, ਕਿ ਉਹ ਪੜ੍ਹਦੀ ਹੈ ਕਿਤਾਬ। ਅਤੇ ਕਿਤਾਬ ਦੇਖੋ ਕੀ ਹੈ? ਓਬਜੈਕਟ, ਜਿਸ ਦੇ ਵਿੱਚ ਉਹ ਦੱਸ ਰਿਹਾ ਹੈ ਕਿ ਉਸ ਨੇ ਕਿਰਿਆ ਪ੍ਰਾਪਤ ਕੀਤੀ ਹੈ, ਬੁੱਕ ਨੇ। ਠੀਕ ਹੈ ਜੀ। ਇਸੇ ਤਰ੍ਹਾਂ ਦੇਖੋ ਅਗਲੀ ਇਹ ਐਗਜ਼ਾਮਪਲ ਹੈ, ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹਨਾਂ ਦੇ ਵਿੱਚ ਲਿਖਿਆ ਹੋਇਆ ਕਿ ਸੈਂਟੈਂਸ ਦੇ ਜਿਹੜੇ 3 ਮੇਨ ਹਿੱਸੇ ਹੁੰਦੇ ਨੇ। ਸਭ ਤੋਂ ਪਹਿਲਾਂ ਦਾ ਹੀਰੋ ਰੈਸਕਿਊਡ ਦਾ ਕਰਾਊਡ। ਇਹ ਇੱਕ ਪੂਰਾ ਸੈਂਟੈਂਸ ਹੈ। ਇਹਦੇ 3 ਮੇਨ ਹਿੱਸੇ ਕਿਹੜੇ ਨੇ? ਸਬਜੈਕਟ, ਪ੍ਰੀਡੀਕੇਟ ਅਤੇ ਓਬਜੈਕਟ। ਸਬਜੈਕਟ ਜੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਪਹਿਲਾਂ ਹੀ ਕਿ ਜੋ ਕਿਰਿਆ ਕਰ ਰਿਹਾ। ਪ੍ਰੈਡੀਕੇਟ ਜੋ ਕਿ ਦੱਸ ਰਿਹਾ ਕਿ ਕਿਰਿਆ ਕੀ ਹੋ ਰਹੀ ਹੈ। ਅਤੇ ਉਸ ਤੋਂ ਬਾਅਦ ਕਰਾਊਡ, ਓਬਜੈਕਟ। ਓਬਜੈਕਟ ਕੀ ਹੈ? ਜੋ ਕਿ ਕਿਰਿਆ ਨੂੰ ਪ੍ਰਾਪਤ ਕਰ ਰਿਹਾ ਹੈ। ਦਾ ਹੀਰੋ ਰੈਸਕਿਊਡ ਦਾ ਕਰਾਊਡ, ਇਹਦਾ ਮਤਲਬ ਕੀ ਹੈ? ਜੋ ਹੀਰੋ ਹੈ, ਹੀਰੋ ਨੇ ਬਚਾਇਆ, ਕਿਹਨੂੰ ਬਚਾਇਆ? ਇਹ ਭੀੜ ਨੂੰ ਬਚਾਇਆ। ਠੀਕ ਹੈ ਜੀ। ਇਹ ਜਿਹੜਾ ਸੈਂਟੈਂਸ ਹੈਗਾ ਇਸ ਦੇ ਵਿੱਚ ਤਿੰਨੋਂ ਜਿਹੜੇ ਸਬਜੈਕਟ, ਪ੍ਰੀਡੀਕੇਟ, ਓਬਜੈਕਟ ਦੱਸਿਆ ਗਿਆ ਹੈ ਕਿ ਕਿੱਦਾਂ, ਕੌਣ ਕਿਰਿਆ ਕਰ ਰਿਹਾ, ਕੌਣ ਕਿਰਿਆ ਪ੍ਰਾਪਤ ਕਰ ਰਿਹਾ। ਠੀਕ ਹੈ ਜੀ। ਇਹ ਸਾਰਾ ਇੱਕ ਸੈਂਟੈਂਸ ਹੈ ਜੋ ਕਿ ਸੈਂਟੈਂਸ ਦੇ ਹਿੱਸੇ ਨੂੰ ਚੰਗੀ ਤਰ੍ਹਾਂ ਨਾਲ ਦਰਸਾਉਂਦਾ ਹੈ। ਇਸੇ ਤਰ੍ਹਾਂ ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਇਹ ਹੋਰ ਦੱਸੀ ਹੈ ਕਿ ਸਬਜੈਕਟ ਅਤੇ ਓਬਜੈਕਟ ਕਿਸ ਤਰ੍ਹਾਂ ਲਿਖੇ ਜਾਂਦੇ ਨੇ। ਆਈ, ਅਗਰ ਆਈ ਸਬਜੈਕਟ ਹੈ ਤਾਂ ਉਹਦਾ ਓਬਜੈਕਟ ਵੀ ਹੋਏਗਾ ਮੀ। ਅਗਰ ਯੂ ਸਬਜੈਕਟ ਹੈ ਤਾਂ ਉਹਦਾ ਓਬਜੈਕਟ ਵੀ ਯੂ ਹੋਏਗਾ। ਔਰ ਅਗਰ ਹੀ, ਸ਼ੀ, ਇਟ ਸਬਜੈਕਟ ਹੈ ਤਾਂ ਹਿਮ, ਹਰ, ਇਟ ਓਬਜੈਕਟ ਹੋਏਗਾ। ਇਸੇ ਤਰ੍ਹਾਂ ਜੋ ਅਗਲੇ ਦਿੱਤੇ ਗਏ ਨੇ ਉਹ ਸਾਰੇ ਸਬਜੈਕਟ ਅਤੇ ਓਬਜੈਕਟ ਦੱਸੇ ਹੋਏ ਨੇ ਤੁਹਾਨੂੰ ਕਿ ਤੁਸੀਂ ਜਦੋਂ ਇੱਕ ਸੈਂਟੈਂਸ ਬਣਾਉਣਾ ਹੈ ਤਾਂ ਉਹਦੇ ਵਿੱਚ ਸਬਜੈਕਟ ਕਿਹੜਾ ਲਿਖਣਾ ਹੈ ਅਤੇ ਓਬਜੈਕਟ ਉਹਦਾ ਕਿਹੜਾ ਹੋਏਗਾ। ਠੀਕ ਹੈ ਜੀ। ਤੁਸੀਂ ਇਹ ਸਾਰੀ ਜੋ ਚੀਜ਼ ਹੈਗੀ ਹੈ ਐਗਜ਼ਾਮਪਲ ਨੂੰ ਨੋਟ ਵੀ ਕਰ ਸਕਦੇ ਹੋ ਆਪਣੀਆਂ ਕਾਪੀਆਂ 'ਤੇ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਅਗਲੀ ਗੱਲ ਦੇਖੋ, ਹੁਣ ਮੈਂ ਤੁਹਾਨੂੰ ਹੋਰ ਐਗਜ਼ਾਮਪਲਸ ਦੇ ਰਹੀ ਹਾਂ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਨਾਲ ਸਮਝ ਸਕੋ ਕਿ ਇੱਕ ਸੈਂਟੈਂਸ ਹੈ ਜਿਹੜਾ ਉਹਦੇ ਕਿੰਨੇ ਹਿੱਸੇ ਹੁੰਦੇ ਨੇ। ਇਸ ਟੇਬਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਸੈਂਟੈਂਸ ਲਿਖਿਆ, ਫਿਰ ਉਹਨਾਂ ਨੇ ਸਾਰੇ ਉਸ ਸੈਂਟੈਂਸ ਨੂੰ ਵੱਖਰੇ ਵੱਖਰੇ ਟੁਕੜਿਆਂ ਵਿੱਚ, ਵੱਖਰੇ ਵੱਖਰੇ ਹਿੱਸਿਆਂ ਵਿੱਚ ਤੋੜ ਕੇ ਦੱਸਿਆ ਹੋਇਆ ਤਾਂ ਕਿ ਤੁਹਾਨੂੰ ਈਜ਼ੀਲੀ ਇਹ ਚੀਜ਼ ਜਿਹੜੀ ਹੈਗੀ ਹੈ ਸਮਝ ਆ ਜਾਏ ਕਿ ਇੱਕ ਸੈਂਟੈਂਸ ਹੈ ਤਾਂ ਉਸ ਸੈਂਟੈਂਸ ਦੇ ਵਿੱਚ ਸਬਜੈਕਟ ਕਿਹੜਾ, ਓਬਜੈਕਟ ਕਿਹੜਾ ਹੈ ਅਤੇ ਵਰਬ ਕਿਹੜੀ ਹੈ। ਠੀਕ ਹੈ ਜੀ। ਜਿਵੇਂ ਕਿ ਸਭ ਤੋਂ ਪਹਿਲਾ ਸੈਂਟੈਂਸ ਆਪਾਂ ਦੇਖਦੇ ਹਾਂ, ਆਈ ਏਟ ਐਨ ਐਪਲ। ਮੈਂ ਐਪਲ ਖਾਧਾ ਸੀ। ਇਸ ਦੇ ਵਿੱਚ ਦੇਖੋ ਸਬਜੈਕਟ ਕੀ ਹੈ? ਆਈ, ਵਰਬ ਕੀ ਹੈ? ਏਟ, ਐਂਡ ਓਬਜੈਕਟ ਕੀ ਹੈ? ਐਨ ਐਪਲ। ਠੀਕ ਹੈ ਜੀ। ਸਮਝ ਆ ਗਿਆ ਇਹ। ਇਸੇ ਤਰ੍ਹਾਂ ਦੇਖੋ ਆਪਾਂ ਦੂਜਾ ਸੈਂਟੈਂਸ ਪੜ੍ਹਦੇ ਹਾਂ, ਹੀ ਕੁਕਡ ਡਿਨਰ। ਉਸਨੇ ਡਿਨਰ ਬਣਾਇਆ ਸੀ। ਇਸ ਦੇ ਵਿੱਚ ਦੇਖੋ ਸਬਜੈਕਟ ਕੀ ਹੈ? ਹੀ, ਵਰਬ ਕੁਕਡ, ਓਬਜੈਕਟ ਡਿਨਰ। ਠੀਕ ਹੈ ਜੀ। ਇਸੇ ਤਰ੍ਹਾਂ ਆਪਾਂ ਤੀਸਰਾ ਸੈਂਟੈਂਸ ਪੜ੍ਹਦੇ ਹਾਂ, ਸ਼ੀ ਕਿਕਡ ਦਾ ਫੁੱਟਬਾਲ। ਇਸ ਦੇ ਵਿੱਚ ਸਬਜੈਕਟ ਕੀ ਹੈ? ਸ਼ੀ, ਵਰਬ ਕੀ ਹੈ? ਕਿਕਡ,
ऑब्जैक्ट की है द फुटबॉल। ठीक है जी। इस तरह जो भी थोड़ी जिंदगी दे विच थोड़ी बुक दे विच कोई भी सेंटेंसिस दिते होण तां हुण तुसीं उहनां नूं चंगी तरह नाल तोड़ के दस सकदे हो कि उस सेंटेंस दे विच किहड़ा सबजैक्ट है, किहड़ी वर्ब है ते किहड़ा ऑब्जैक्ट है। ठीक है जी। हुण उस तो बाद आपां पढ़दे हां, अगली गल आंदी है कि जिहड़े ऑब्जैक्ट्स ने वो भी अलग अलग किस्म के होंदे ने। ठीक है जी। जिहड़ा एक ऑब्जैक्ट हैगा वो या तो डायरैक्ट ऑब्जैक्ट हो सकदा ते या फिर इनडायरैक्ट ऑब्जैक्ट हो सकदा। ठीक है जी। जिवें कि मैं तुहानूं इहदी एग्जांपल दिन्नी आं, अब्दुल गेव ए गिफ्ट टू हिज मदर। अब्दुल ने अपनी मम्मी नूं गिफ्ट दिता। ठीक है। इस दे विच देखो अब्दुल है, अब्दुल की है सबजैक्ट, वर्ब की है गेव। तो ये तुसीं देख सकते हो कि इस सेंटेंस दे विच दो ऑब्जैक्ट्स आ गए हुण, गिफ्ट ते मदर। तो हुण आपां देखना है कि देखो अब्दुल ने की दिता है, गिफ्ट दिता है। किनू दिता है? अपनी मदर नूं। ठीक है जी। तो फिर जिहड़ा गिफ्ट है, गिफ्ट उहने दिता है, किनू दिता है? अपनी मदर नूं दिता है। तो जो गिफ्ट है वो की है? डायरैक्ट ऑब्जैक्ट। इनडायरैक्ट ऑब्जैक्ट की होएगा? उहदी मदर। ठीक है जी। इस तरह एक होर जिहड़ा सेंटेंस हैगा ये, वट डज दिव्या रीड। वट डज दिव्या रीड, इस दे विच देखो डायरैक्ट ऑब्जैक्ट आंदा है। डायरैक्ट ऑब्जैक्ट की है? वट। वट की पढ़ रही सी, वो बुक पढ़ रही सी। तो ये की होया? डायरैक्ट ऑब्जैक्ट। ठीक है जी। ये मैं तुहानूं तां दस रही हैं ताकि तुहानूं समझ आवे कि डायरैक्ट ऑब्जैक्ट ते इनडायरैक्ट ऑब्जैक्ट दे विच की फर्क है। जो आपां पहला एग्जाम्पल पढ़ी है, अब्दुल गेव अ गिफ्ट टू हिज मदर, वो हैगी है इनडायरैक्ट ऑब्जैक्ट दी। तो इस तरह वट डज दिव्या रीड ए क्वेश्चन फॉर्म दे विच है, पर इस दे विच पुछया गया है कि दिव्या की पढ़ रही है? एक बुक पढ़ रही है, एक बुक पढ़ती है। तो जो वट हैगा वो की है? एक ऑब्जैक्ट है। मतलब इस दे विच सिर्फ इक्को ही ऑब्जैक्ट है, तो यह डायरैक्ट ऑब्जैक्ट है। ठीक है जी। हुण इस तरह आपां होर एग्जाम्पल्स देखते हैं, जिवें कि तुसीं देखो अलग अलग सेंटेंसिस इस टेबल दे विच दिते हुए ने। सब तो पहला हैगा संजय बॉट वैजीटेबल्स। संजय ने सब्जियां खरीदियां सी। तो उस दे विच देखो इस दे विच वर्ब दिती हुई है बॉट, वर्ब प्लस वट, की खरीदिया सी उहने? वैजीटेबल्स। एंड इस दे विच डायरैक्ट ऑब्जैक्ट आ गया वैजीटेबल्स, क्योंकि इस दे विच इक्को ही ऑब्जैक्ट है, तो उन्हें की खरीदिया सी? वैजीटेबल्स। तो यह डायरैक्ट ऑब्जैक्ट है। इस तरह अगे फातिमा एंड सोनिया प्लेड टैनिस, इस दे विच भी आपां नूं इक्को ही ऑब्जैक्ट नज़र आ रहा, तो यह की है? डायरैक्ट ऑब्जैक्ट। हुण अगला सेंटेंस है देखो, ही ऑफर्ड मी एन ऑरेंज। ही ऑफर्ड मी एन ऑरेंज। इस सबजैक्ट दे विच हुण तुसीं देख सकते हो, ही सबजैक्ट है, ऑफर्ड वर्ब है, तो मी एन ऑरेंज दो ऑब्जैक्ट्स ने। तो इस दे विचों आपां देखना है कि डायरैक्ट ऑब्जैक्ट किहड़ा है, इनडायरैक्ट ऑब्जैक्ट किहड़ा है। उन्हें मैनू की ऑफर किया है? ऑरेंज। किनू ऑफर किया? मैनू ऑफर किया। तो जो उन्हें ऑफर किया वो हैगा ऑरेंज, का वो हैगा है डायरैक्ट ऑब्जैक्ट। जो किनू उन्हें ऑफर किया? मैनू। तो मैनू की होया? मी की होया? इनडायरैक्ट ऑब्जैक्ट। इस तरह अगला सेंटेंस, द टीचर गेव अस होमवर्क। इस दे विच भी तुसीं देख सकते हो दो ऑब्जैक्ट्स ने, अस एंड होमवर्क। तो इस दे विच जो होमवर्क है वो हैगा डायरैक्ट ऑब्जैक्ट, जो अस हैगा वो की है? इनडायरैक्ट ऑब्जैक्ट। किनू दिता है? सानू होमवर्क दिता। ठीक है जी। हुण इस तरह अगे आपां देखते हैं, इन्हां ने एग्जाम्पल्स दित्तियां होईयां ने, तीन होर सेंटेंसिस ने। देखो, द काओ गिव्स अस मिल्क। द काओ गिव्स अस मिल्क। इस दे विच तुसीं देख सकते हो, आपां सारी पार्ट्स ऑफ सेंटेंस देखते हैं। द काओ की है? सबजैक्ट। गिव्स की है? वर्ब। अस की है? इनडायरैक्ट ऑब्जैक्ट। मिल्क की है? डायरैक्ट ऑब्जैक्ट। ठीक है जी। इस तरह सैकेंड सेंटेंस है जिहड़ा, माई फादर टोल्ड मी द होल स्टोरी। माई फादर की है? सबजैक्ट। टोल्ड की है? वर्ब। मी की है? इनडायरैक्ट ऑब्जैक्ट। द होल स्टोरी की है? डायरैक्ट ऑब्जैक्ट। ठीक है जी। इस तरह आप एक सिंपल सेंटेंस देखते हैं, आई सॉ टू वैनस। इस दे विच कोई भी डायरैक्ट ते इनडायरैक्ट ऑब्जैक्ट नहीं है, इस दे विच बस एक सिंपल ऑब्जैक्ट है। आई की है? सबजैक्ट। सॉ की है? वर्ब। टू वैनस की ने? ऑब्जैक्ट। ठीक है जी। हुण अगली गल आंदी है कि जिहड़े सेंटेंसिस ने उन्हां दी किहड़ियां किस्मां हुंदियां ने। उन्हां दी दो किस्मां हुंदियां ने, तुसीं ये जरूर पढ़िया होएगा, एक्टिव ते पैसिव सेंटेंसिस। आपां नूं ये चीज़ जिहड़ी हैगी एक्टिव एंड पैसिव वॉइस भी आंदी हुंदी है एग्जाम्स दे विच, इंग्लिश सबजैक्ट दे विच तुसीं पढ़दे हो कि एक सेंटेंस नूं तुसीं पैसिव च चेंज करना, पैसिव नूं एक्टिव च चेंज करना। ठीक है जी। तां ये उही किस्मां ने। तां इस दे विच इन्हां दोनां दे विच फर्क की हुंदा, आओ आपां देखदे हां।
ਇਹਦੇ ਵਿੱਚ ਇਹਨਾਂ ਨੇ ਦੇਖੋ ਪਹਿਲੀ एग्जाम्पल ਦਿੱਤੀ ਹੈ, संजय ब्रोक द ग्लास, संजय ने ग्लास तोड़ दिता। और अगली एग्जाम्पल है द ग्लास वाज ब्रोकन बाय संजय, ਇਹਦਾ ਹੀ ਪੈਸਿਵ ਸੈਂਟੈਂਸ कि जो ग्लास सी ਉਹ ਕਿਤੋਂ ਟੁੱਟਿਆ ਸੀ, संजय तो। ठीक है जी, ਤਾਂ है ਇੱਕੋ ਹੀ ਚੀਜ਼, ਕਿਰਿਆ ਇੱਕੋ ਹੀ ਹੋ ਰਹੀ ਹੈ, ਪਰ ਦੋਨੋਂ ਸੈਂਟੈਂਸ ਦੇ ਵਿੱਚ ਸਬਜੈਕਟ ਤੇ ਆਬਜੈਕਟ ਜਿਹੜਾ ਹੈਗਾ ਏ ਉਹ ਬਦਲ ਗਿਆ। ਪਹਿਲੇ ਸੈਂਟੈਂਸ 'ਚ ਕੀ ਸੀਗਾ ਕਿ ਸੰਜੇ ਨੇ ਗਲਾਸ ਤੋੜ ਦਿੱਤਾ, ਦੂਜੇ ਸੈਂਟੈਂਸ 'ਚ ਕੀ ਹੈ ਕਿ ਗਲਾਸ ਸੰਜੇ ਤੋਂ ਟੁੱਟਿਆ। ਤਾਂ ਦੋਨਾਂ ਹੀ ਸੈਂਟੈਂਸਿਸ ਦੇ ਵਿੱਚ ਜਿਹੜਾ ਹੈਗਾ ਇਹ ਕਿਰਿਆ ਇੱਕੋ ਹੀ ਹੋ ਰਹੀ ਹੈ, ਪਰ ਜਿਹੜਾ ਸਬਜੈਕਟ ਤੇ ਆਬਜੈਕਟ ਹੈਗਾ ਏ ਉਹ ਬਦਲ ਚੁੱਕਿਆ ਹੈ। ਠੀਕ ਹੈ ਜੀ, ਤਾਂ ਆਪਾਂ ਹੁਣ ਇਸ ਤੋਂ ਕੀ ਸਮਝਦੇ ਹਾਂ ਕਿ ਜੋ ਸੈਂਟੈਂਸਿਸ ਜਿਸ ਦੇ ਵਿੱਚ ਸਬਜੈਕਟ ਕਿਰਿਆ ਕਰਦਾ ਏ ਉਹਨੂੰ ਕਿਹਾ ਜਾਂਦਾ ਹੈ ਐਕਟਿਵ ਵੌਇਸ। ਤਾਂ ਸੰਜੇ ਜਿਹੜਾ ਸਬਜੈਕਟ ਹੈ ਨਾ, ਤਾਂ ਅਗਰ ਤਾਂ ਸਬਜੈਕਟ ਕਿਰਿਆ ਕਰਦਾ ਤਾਂ ਉਹ ਹੁੰਦੀ ਹੈ ਐਕਟਿਵ ਵੌਇਸ, ਉਹ ਹੁੰਦਾ ਐਕਟਿਵ ਸੈਂਟੈਂਸ। ਜੇਕਰ ਕਿਸੇ ਸੈਂਟੈਂਸ ਦੇ ਵਿੱਚ ਸਬਜੈਕਟ ਕਿਰਿਆ ਨੂੰ ਪ੍ਰਾਪਤ ਕਰਨ ਲੱਗ ਗਿਆ ਤਾਂ ਉਹ ਜਿਹੜਾ ਸੈਂਟੈਂਸ ਕੀ ਬਣ ਗਿਆ, ਪੈਸਿਵ ਸੈਂਟੈਂਸ। ਠੀਕ ਹੈ ਜੀ, ਜੋ ਕਿਰਿਆ ਕਰ ਰਿਹਾ ਹੈ, ਜਿਸ ਸੈਂਟੈਂਸ ਦੇ ਵਿੱਚ ਸਬਜੈਕਟ ਕਿਰਿਆ ਕਰ ਰਿਹਾ ਉਹ ਐਕਟਿਵ ਸੈਂਟੈਂਸ ਹੈ, ਪਰ ਜਿਸ ਸੈਂਟੈਂਸ ਦੇ ਵਿੱਚ ਸਬਜੈਕਟ ਕਿਰਿਆ ਨੂੰ ਪ੍ਰਾਪਤ ਕਰਦਾ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਪੈਸਿਵ ਸੈਂਟੈਂਸ। ਠੀਕ ਹੈ ਜੀ, ਜਿਵੇਂ ਕਿ ਤੁਸੀਂ ਦੇਖੋ ਇਹ ਐਗਜ਼ਾਮਪਲ ਦੇਖ ਸਕਦੇ ਹੋ, ਏ ਹੋਮਲੈਸ ਮੈਨ ਵਨ ਦ ਲੋਟਰੀ, ਇੱਕ ਜਿਹੜਾ ਨੀਘਰ ਜਿਹੜਾ ਬੇਘਰ ਜਿਹੜਾ ਇੱਕ ਬੰਦਾ ਸੀਗਾ ਉਹਨੇ ਲੋਟਰੀ ਜਿੱਤੀ। ਤਾਂ ਇਸ ਦੇ ਵਿੱਚ ਸਬਜੈਕਟ ਹੈ ਹੋਮਲੈਸ ਮੈਨ, ਉਹਨੇ ਜਿੱਤੀ ਹੈ, ਉਹਨੇ ਹੀ ਕਿਰਿਆ ਕੀਤੀ ਹੈ, ਤਾਂ ਇਹ ਕੀ ਬਣਿਆ ਐਕਟਿਵ ਸੈਂਟੈਂਸ। ਐਸੇ ਤਰ੍ਹਾਂ ਪੈਸਿਵ ਸੈਂਟੈਂਸ ਦਾ ਕੀ ਬਣਿਆ ਫਿਰ, ਦ ਲੋਟਰੀ ਵਾਜ਼ ਵਨ ਬਾਏ ਅ ਹੋਮਲੈਸ ਮੈਨ, ਇਸ ਦੇ ਵਿੱਚ ਜੋ ਕਿਰਿਆ ਹੈਗੀ ਹੈ ਉਹ ਸਬਜੈਕਟ ਨੇ ਪ੍ਰਾਪਤ ਕੀਤੀ ਹੈ, ਤਾਂ ਇਹ ਕੀ ਬਣ ਗਿਆ ਪੈਸਿਵ ਸੈਂਟੈਂਸ। ਠੀਕ ਹੈ ਜੀ, ਮੈਨੂੰ ਲੱਗਦਾ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ, ਤੇ ਤੁਸੀਂ ਅਗਰ ਜ਼ਿਆਦਾ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਇੰਗਲਿਸ਼ ਗ੍ਰਾਮਰ ਦੀ ਬੁੱਕਸ ਜ਼ਰੂਰ ਦੇਖਿਓ। ਠੀਕ ਹੈ ਜੀ, ਹੁਣ ਐਸੇ ਤਰ੍ਹਾਂ ਹੋਰ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਦੇਖੋ ਐਕਟਿਵ ਤੇ ਪੈਸਿਵ ਸੈਂਟੈਂਸਿਸ ਦੀਆਂ। ਸਭ ਤੋਂ ਪਹਿਲਾ ਸੈਂਟੈਂਸ ਹੈਗਾ ਏ ਸ਼ੀ ਰੋਟ ਏ ਲੈਟਰ, ਸ਼ੀ ਰੋਟ ਏ ਲੈਟਰ, ਤਾਂ ਇਹਦਾ ਪੈਸਿਵ ਵੌਇਸ ਕੀ ਬਣੂਗਾ, ਏ ਲੈਟਰ ਵਾਜ਼ ਰਿਟਨ ਬਾਏ ਹਰ। ਐਂਡ ਐਵੇਂ ਹੀ ਅਗਲਾ ਸੈਕਿੰਡ ਸੈਂਟੈਂਸ ਹੈ ਹੀ ਓਪਨਡ ਦ ਡੋਰ, ਇਹਦਾ ਪੈਸਿਵ ਕੀ ਬਣਿਆ, ਦ ਡੋਰ ਵਾਜ਼ ਓਪਨਡ ਬਾਏ ਹਿਮ। ਥਰਡ ਸੈਂਟੈਂਸ ਮੋਹਨ ਪਲੇਡ ਦ ਫਲੂਟ, ਪੈਸਿਵ ਕੀ ਬਣਿਆ ਇਹਦਾ, ਦ ਫਲੂਟ ਵਾਜ਼ ਪਲੇਡ ਬਾਏ ਮੋਹਨ। ਠੀਕ ਹੈ ਜੀ, ਇਸ ਤਰ੍ਹਾਂ ਤੁਸੀਂ ਜੋ ਵੀ ਸੈਂਟੈਂਸਿਸ ਤੁਹਾਨੂੰ ਮਿਲਦੇ ਨੇ ਤਾਂ ਤੁਸੀਂ ਉਹਨਾਂ ਨੂੰ ਐਕਟਿਵ ਤੋਂ ਪੈਸਿਵ 'ਚ ਚੇਂਜ ਕਰ ਸਕਦੇ ਹੋ। ਠੀਕ ਹੈ ਜੀ, ਹੁਣ ਅੱਗੇ ਆਪਾਂ ਦੇਖਦੇ ਹਾਂ ਸੈਂਟੈਂਸਿਸ ਦੀਆਂ ਕਿਸਮਾਂ। ਪਹਿਲਾਂ ਵੀ ਆਪਾਂ ਸੈਂਟੈਂਸਿਸ ਦੀਆਂ ਕਿਸਮਾਂ ਹੀ ਪੜ੍ਹ ਕੇ ਹਟੇ ਹਾਂ, ਪਰ ਹੁਣ ਆਪਾਂ ਨੇ ਸੈਂਟੈਂਸਿਸ ਦੀਆਂ ਕਿਸਮਾਂ ਦੇਖਣੀਆਂ ਨੇ ਉਸ ਸੈਂਟੈਂਸ ਦੇ ਮਕਸਦ ਦੁਆਰਾ, ਕਿ ਜੋ ਸੈਂਟੈਂਸ ਹੈ ਉਹਦਾ ਮਕਸਦ ਕੀ ਹੈ, ਉਸ ਦੇ ਅਕੋਰਡਿੰਗ ਆਪਾਂ ਦੇਖਣਾ ਹੈ ਕਿ ਜਿਹੜਾ ਸੈਂਟੈਂਸ ਹੈਗਾ ਉਹਦੀਆਂ ਕਿੰਨੀਆਂ ਕਿਸਮਾਂ ਹੋ ਸਕਦੀਆਂ ਨੇ। ਠੀਕ ਹੈ ਜੀ, ਜਿਵੇਂ ਕਿ ਤੁਸੀਂ ਸਾਰੇ ਦੇਖੋ ਇਹ ਪਿਕਚਰ ਦੇਖ ਸਕਦੇ ਹੋ, ਇਸ ਦੇ ਵਿੱਚ 4 ਕਿਸਮ ਦੇ ਜਿਹੜੇ ਸੈਂਟੈਂਸ ਨੇ ਦੱਸੇ ਹੋਏ ਨੇ, ਮਕਸਦ ਨੂੰ ਦੇਖਦੇ ਹੋਏ, ਮਕਸਦ ਨੂੰ ਮੁੱਖ ਰੱਖਦੇ ਹੋਏ 4 ਕਿਸਮ ਦੇ ਜਿਹੜੇ ਸੈਂਟੈਂਸ ਨੇ ਉਹ ਹੁੰਦੇ ਨੇ। ਦੇਖੋ ਸਭ ਤੋਂ ਪਹਿਲਾ ਹੈਗਾ ਕੋਈ ਵੀ ਸਟੇਟਮੈਂਟ ਦੇਣੀ, ਡੈਕਲੇਰੇਟਿਵ ਸਟੇਟਮੈਂਟ, ਕੋਈ ਵੀ ਸਟੇਟਮੈਂਟ ਦੇਣੀ, ਕੋਈ ਸਿੰਪਲ ਸੈਂਟੈਂਸ ਹੋ ਗਿਆ ਉਹਨੂੰ ਕਹਿ ਦਿੰਦੇ ਆਪਾਂ ਕਿ ਕੋਈ ਡੈਕਲੇਰੇਟਿਵ ਸੈਂਟੈਂਸ ਹੈ। ਜਿਵੇਂ ਕਿ ਇਸ ਦੇ ਵਿੱਚ ਐਗਜ਼ਾਮਪਲ ਦਿੱਤੀ ਹੋਈ ਹੈ ਵੀ ਓਨ ਏ ਕੈਟ, ਇਸ ਦੇ ਵਿੱਚ ਸੈਂਟੈਂਸ ਇਸ ਸੈਂਟੈਂਸ ਦੇ ਵਿੱਚ ਕੋਈ ਨਾ ਕੋਈ ਸਟੇਟਮੈਂਟ ਹੁੰਦੀ ਹੈ, ਤੇ ਦੂਜੀ ਗੱਲ ਇਹ ਹਮੇਸ਼ਾ ਫੁੱਲ ਸਟਾਪ ਦੇ ਨਾਲ ਐਂਡ ਹੋਏਗਾ। ਵੀ ਔਨ ਏ ਕੈਟ, ਤੁਸੀਂ ਇਹ ਐਗਜ਼ਾਮਪਲ ਦੇਖ ਸਕਦੇ ਹੋ ਕਿ ਇਹ ਹੈਗੀ ਹੈ ਇੱਕ ਡੈਕਲੇਰੇਟਿਵ ਸੈਂਟੈਂਸ। ਠੀਕ ਹੈ ਜੀ, ਜੋ ਕਿ ਫੁੱਲ ਸਟਾਪ ਨਾਲ ਐਂਡ ਹੋ ਰਿਹਾ ਹੈ ਤੇ ਇੱਕ ਸਟੇਟਮੈਂਟ ਪ੍ਰੋਪਰ ਦਿੱਤੀ ਹੋਈ ਹੈ। ਇਸੇ ਤਰ੍ਹਾਂ ਦੂਸਰੀ ਕਿਸਮ ਹੈਗੀ ਹੈ ਕੁਐਸਚਨਸ, ਇੰਟੈਰੋਗੇਟਿਵ ਸੈਂਟੈਂਸਿਸ, ਉਹ ਸੈਂਟੈਂਸਿਸ ਜਿਸ ਦੇ ਵਿੱਚ ਆਪਾਂ ਪ੍ਰਸ਼ਨ ਪੁੱਛਦੇ ਹਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਹੁੰਦੇ ਨੇ ਇੰਟੈਰੋਗੇਟਿਵ ਸੈਂਟੈਂਸਿਸ। ਇਸ ਦੇ ਵਿੱਚ ਆਪਾਂ ਕੁਐਸਚਨ ਪੁੱਛਦੇ ਹਾਂ ਤਾਂ ਇਹ ਹਮੇਸ਼ਾ ਕੁਐਸਚਨ ਮਾਰਕ ਦੇ ਨਾਲ ਐਂਡ ਹੋਏਗਾ, ਜਿਹੜਾ ਇਹ ਸੈਂਟੈਂਸ ਹੈ ਹਮੇਸ਼ਾ ਕੁਐਸਚਨ ਮਾਰਕ ਦੇ ਨਾਲ ਐਂਡ ਹੋਏਗਾ। ਠੀਕ ਹੈ ਜੀ, ਜਿਵੇਂ ਕਿ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਵੇਅਰ ਇਜ਼ ਦ ਕੈਟ, ਕੈਟ ਕਿੱਥੇ ਹੈ, ਇਸ ਦੇ ਪਿੱਛੇ ਕੁਐਸਚਨ ਮਾਰਕ ਲੱਗ ਗਿਆ ਤਾਂ ਇਹ ਕੀ ਬਣ ਗਿਆ ਇੰਟੈਰੋਗੇਟਿਵ ਸੈਂਟੈਂਸ। ਹੁਣ ਐਸੇ ਤਰ੍ਹਾਂ ਥਰਡ ਟਾਈਪ ਆਫ ਜਿਹੜਾ ਸੈਂਟੈਂਸ ਹੈਗਾ ਐਕਸਕਲਾਮੇਟਰੀ ਸੈਂਟੈਂਸ, ਇਸ ਦੇ ਵਿੱਚ ਵੀ ਆਪਾਂ ਕੋਈ ਨਾ ਕੋਈ ਸਟੇਟਮੈਂਟ ਦਿੰਦੇ ਹਾਂ ਵਿਦ ਇਮੋਸ਼ਨ, ਜਾਂ ਤਾਂ ਆਪਾਂ ਬਹੁਤ ਖੁਸ਼ ਹਾਂ ਜਾਂ ਆਪਾਂ ਬਹੁਤ ਦੁਖੀ ਹਾਂ, ਤੇ
ਇਹਨੂੰ ਹਮੇਸ਼ਾ ਐਕਸਕਲੇਮੇਸ਼ਨ ਮਾਰਕ ਦੇ ਨਾਲ ਹੀ ਐਂਡ ਕੀਤਾ ਜਾਂਦਾ। ਇਹ ਜਿਹੜਾ ਸੈਂਟੈਂਸ ਹੈਗਾ ਐਕਸਕਲੇਮੇਸ਼ਨ ਮਾਰਕ ਦੇ ਨਾਲ ਹੀ ਐਂਡ ਹੋਏਗਾ। ਜਿਵੇਂ ਕਿ ਇਸ ਦੇ ਵਿੱਚ ਲਿਖਿਆ ਹੋਇਆ ਦ ਕੈਟ ਇਜ਼ ਕਿਊਟ, ਇਸ ਦੇ ਵਿੱਚ ਦੇਖੋ ਐਂਡ ਦੇ ਵਿੱਚ ਐਕਸਕਲੇਮੇਸ਼ਨ ਲਿਖਿਆ ਹੋਇਆ। ਇਹਦੇ ਵਿੱਚ ਦੇਖੋ ਬਹੁਤ ਸਾਰੇ ਐਗਜ਼ਾਮਪਲ ਤੁਸੀਂ ਆਪਣੀ ਇੰਗਲਿਸ਼ ਦੀ ਬੁੱਕ 'ਚ ਪੜ੍ਹੇ ਹੋਣਗੇ। ਜਦੋਂ ਆਪਾਂ ਕੋਈ ਖੁਸ਼ ਹੁੰਦਾ ਹੈ ਜਾਂ ਕੋਈ ਆਪਾਂ ਇੰਜੋਇਮੈਂਟ ਵਾਲੀ ਜਗ੍ਹਾ 'ਤੇ ਹੁੰਦੇ ਨੇ, ਹੁਰਰੇ ਵੀ ਇੰਜੋਇਡ, ਤਾਂ ਇਹ ਵੀ ਇੱਕ ਐਕਸਕਲੇਮੇਸ਼ਨ ਸੈਂਟੈਂਸ ਦੀ ਐਗਜ਼ਾਮਪਲ ਹੈ। ਇਸੇ ਤਰ੍ਹਾਂ ਜਦ ਕੋਈ ਦੁਖੀ ਹੁੰਦਾ, ਅਲਾਸ ਹਿਜ਼ ਫਾਦਰ ਡਾਈਡ, ਠੀਕ ਹੈ, ਇਹ ਦੁੱਖ ਪ੍ਰਗਟ ਕਰਨਾ, ਤਾਂ ਇਹ ਵੀ ਇੱਕ ਐਕਸਕਲੇਮੇਸ਼ਨ ਸੈਂਟੈਂਸ ਦੀ ਇੱਕ ਕਿਸਮ ਹੈ। ਇਸੇ ਤਰ੍ਹਾਂ ਫਿਰ ਚੌਥਾ ਕਿਸਮ ਕਿਹੜਾ ਹੈ, ਇੰਪੈਰੇਟਿਵ ਸੈਂਟੈਂਸਿਸ, ਜਿਸ ਦੇ ਵਿੱਚ ਆਪਾਂ ਕਮਾਂਡਸ ਦਿੰਦੇ ਹਾਂ। ਕਮਾਂਡ ਮਤਲਬ ਆਰਡਰ ਦੇਣਾ ਜਾਂ ਕਿਸੇ ਕੰਮ ਲਈ ਕਹਿਣਾ, ਕੰਮ ਦੱਸਣਾ ਕਿ ਆਹ ਕੰਮ ਕਰਨਾ ਹੈ। ਜਿਵੇਂ ਕਿ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ, ਫੀਡ ਦਾ ਕੈਟ, ਕੈਟ ਨੂੰ ਖਾਣਾ ਖਵਾਓ, ਬਿੱਲੀ ਨੂੰ ਖਾਣਾ ਖਵਾਓ, ਠੀਕ ਹੈ ਜੀ, ਤਾਂ ਇੱਕ ਕਮਾਂਡ ਹੈ। ਇਸੇ ਤਰ੍ਹਾਂ ਇਹਦੀ ਹੋਰ ਐਗਜ਼ਾਮਪਲ ਦਿੰਦੀ ਹਾਂ, ਓਪਨ ਦਾ ਡੋਰ, ਦਰਵਾਜ਼ਾ ਖੋਲ੍ਹ ਦਿਓ, ਠੀਕ ਹੈ ਜੀ, ਸਿਟ ਡਾਊਨ, ਬੈਠ ਜਾਓ। ਤਾਂ ਇਹ ਕੀ ਨੇ, ਇੰਪੈਰੇਟਿਵ ਸੈਂਟੈਂਸਿਸ, ਜਿਸ ਦੇ ਵਿੱਚ ਆਪਾਂ ਕਮਾਂਡ ਦਿੰਦੇ ਹਾਂ, ਕਿਸੇ ਚੀਜ਼ ਲਈ ਆਪਾਂ ਦੱਸਦੇ ਹਾਂ ਕਿ ਇਹ ਕੰਮ ਕਰਨਾ ਹੈ, ਠੀਕ ਹੈ ਜੀ। ਹੁਣ ਦੇਖੋ ਤੁਸੀਂ ਇਸ ਟੇਬਲ ਦੇ ਵਿੱਚ ਇੱਕੋ ਹੀ ਸੈਂਟੈਂਸ ਨੂੰ ਅਲੱਗ-ਅਲੱਗ ਕਿਸਮ ਦੀ ਤਰ੍ਹਾਂ ਲਿਖਿਆ ਹੋਇਆ, ਤੇ ਤੁਸੀਂ ਇਸ ਚੀਜ਼ ਨੂੰ ਦੇਖ ਸਕਦੇ ਹੋ, ਸਮਝ ਸਕਦੇ ਹੋ ਕਿ ਕਿਹੜੇ ਕਿਸਮ ਦੇ ਸੈਂਟੈਂਸਿਸ ਹੁੰਦੇ ਨੇ। ਦੇਖੋ ਜੀ ਮੈਂ ਤੁਹਾਨੂੰ ਸਾਰੇ ਪੜ੍ਹ ਕੇ ਦੱਸਦੀ ਹਾਂ ਇੱਕ ਵਾਰੀ। This is the most common type of sentence. It provides information or states a fact. It always ends up with full stop. ਇਹ ਦੱਸਿਆ ਹੋਇਆ ਕਿ ਜਿਹੜਾ ਡਿਕਲੇਰੇਟਿਵ ਜਿਹੜੀ ਸਟੇਟਮੈਂਟ ਹੈਗੀ ਹੈ, ਜੋ ਸੈਂਟੈਂਸ ਹੈ ਇੱਕ ਸਿੰਪਲ, ਉਹ ਹਮੇਸ਼ਾ ਫੁੱਲ ਸਟਾਪ ਨਾਲ ਹੋਏਗਾ। ਕੁਐਸਚਨ ਵਾਲਾ ਹਮੇਸ਼ਾ ਕੁਐਸਚਨ ਮਾਰਕ ਨਾਲ ਹੋਏਗਾ, ਐਕਸਕਲੇਮੇਟਿਵ ਵਾਲਾ ਹਮੇਸ਼ਾ ਐਕਸਕਲੇਮੇਸ਼ਨ ਨਾਲ, ਤੇ ਇੰਪੈਰੇਟਿਵ ਸੈਂਟੈਂਸ ਐਕਸਕਲੇਮੇਸ਼ਨ ਜਾਂ ਫਿਰ ਫੁੱਲ ਸਟਾਪ ਨਾਲ ਐਂਡ ਹੋ ਸਕਦਾ। ਇਸ ਦੇ ਵਿੱਚ ਜੋ ਐਗਜ਼ਾਮਪਲ ਦੇਖਦੇ ਹਾਂ ਆਪਾਂ, ਫਰਸਟ ਹੈ ਆਈ ਗੋ ਟੂ ਸਕੂਲ, ਆਈ ਲਾਈਕ ਈਟਿੰਗ ਵੈਜੀਟੇਬਲਸ। ਇਹ ਕੀ ਹੈ, ਇੱਕ ਸਿੰਪਲ ਸੈਂਟੈਂਸ। ਤਾਂ ਇਸ ਸੈਂਟੈਂਸ ਦਾ ਕੁਐਸਚਨ ਕੀ ਬਣੇਗਾ, ਡਿਡ ਯੂ ਗੋ ਟੂ ਸਕੂਲ, ਡੂ ਯੂ ਲਾਈਕ ਈਟਿੰਗ ਵੈਜੀਟੇਬਲਸ। ਇਸੇ ਤਰ੍ਹਾਂ ਇਹਦਾ ਐਕਸਕਲੇਮੇਟਰੀ ਸੈਂਟੈਂਸ ਕੀ ਬਣੇਗਾ, ਆਈ ਕੇਮ ਫਸਟ ਇਨ ਕਲਾਸ, ਮੈਂ ਆਪਣੀ ਕਲਾਸ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ। ਇੰਪੈਰੇਟਿਵ ਸੈਂਟੈਂਸ, ਗੋ ਟੂ ਕਾਲਜ ਟੂਡੇ, ਗੋ ਈਟ ਯੋਰ ਵੈਜੀਟੇਬਲਸ, ਕਾਲਜ ਜਾਓ ਅਤੇ ਆਪਣੇ ਵੈਜੀਟੇਬਲਸ ਖਾਓ, ਠੀਕ ਹੈ ਜੀ। ਇਸੇ ਤਰ੍ਹਾਂ ਅਗਲਾ ਸੈਂਟੈਂਸ, ਅਗਲੀ ਐਗਜ਼ਾਮਪਲ ਦੇਖੋ, ਇਟ ਇਜ਼ ਵੈਰੀ ਕੋਲਡ, ਦਿਸ ਰੂਮ ਇਜ਼ ਅਨਕਲੀਨ, ਹਾਊ ਇਜ਼ ਦ ਵੈਦਰ, ਕੁਡ ਯੂ ਹੈਲਪ ਕਲੀਨ ਦਿਸ ਰੂਮ। ਇਸੇ ਤਰ੍ਹਾਂ ਐਕਸਕਲੇਮੇਟਰੀ ਸੈਂਟੈਂਸ, ਓ ਇਟਸ ਸੋ ਕੋਲਡ। ਇੰਪੈਰੇਟਿਵ ਸੈਂਟੈਂਸ, ਵੀਅਰ ਯੋਰ ਸਵੈਟਰ, ਕਲੀਨ ਦਿਸ ਰੂਮ। ਅਗਲਾ ਹੈਗਾ ਇਹ ਅਗਲੀ ਐਗਜ਼ਾਮਪਲ ਡੈਕਲੇਰੇਟਿਵ ਸੈਂਟੈਂਸ ਦੀ, ਆਈ ਕੰਪਲੀਟਿਡ ਮਾਈ ਪ੍ਰੋਜੈਕਟ, ਆਈ ਐਕਸਰਸਾਈਜ਼ ਐਵਰੀ ਡੇ। ਇੰਟੈਰੋਗੇਟਿਵ ਸੈਂਟੈਂਸ, ਡਿਡ ਯੂ ਕੰਪਲੀਟ ਯੋਰ ਪ੍ਰੋਜੈਕਟ, ਡੂ ਯੂ ਐਕਸਰਸਾਈਜ਼ ਐਵਰੀ ਡੇ। Exclamatory sentence, I completed my project. Imperative sentence, complete your project, go and exercise today. So ਤੁਸੀਂ ਇਹ ਦੇਖ ਸਕਦੇ ਹੋ ਵੱਖਰੀਆਂ ਐਗਜ਼ਾਮਪਲਸ, ਇਹਨਾਂ ਦੇ ਰਾਹੀਂ ਤੁਸੀਂ ਸਮਝ ਸਕਦੇ ਹੋ ਕਿ ਕਿਹੜਾ ਸੈਂਟੈਂਸ ਕਿੱਦਾਂ ਦਾ ਹੈ। ਡੈਕਲੇਰੇਟਿਵ ਸੈਂਟੈਂਸ ਕਿਹੜਾ ਹੁੰਦਾ ਹੈ, ਇੰਟੈਰੋਗੇਟਿਵ ਕਿਹੜਾ ਹੁੰਦਾ, ਐਕਸਕਲੇਮੇਟਰੀ ਕਿਹੜਾ ਹੁੰਦਾ, ਤੇ ਇੰਪੈਰੇਟਿਵ ਕਿਹੜਾ ਹੁੰਦਾ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਅਗਲੀ ਗੱਲ, ਤੁਸੀਂ ਸਾਰੇ ਜਣੇ ਆਪਣੀ ਜਮਾਤ ਦੇ ਵਿੱਚ ਇੰਗਲਿਸ਼ ਜਾਂ ਪੰਜਾਬੀ ਦੇ ਵਿੱਚ ਪੈਰਾਗ੍ਰਾਫ ਜ਼ਰੂਰ ਲਿਖਦੇ ਹੋਵੋਗੇ। ਜਿਵੇਂ ਕਿ ਆਪਾਂ ਐਸੇ ਲਿਖਦੇ ਹਾਂ, ਕਿਸੇ ਵੀ ਟੌਪਿਕ ਦੇ ਉੱਤੇ ਕੋਈ ਪੈਰਾਗ੍ਰਾਫ ਲਿਖਣਾ ਹੈ, ਤਾਂ ਪੈਰਾਗ੍ਰਾਫ ਕੀ ਹੁੰਦਾ ਹੈ, ਤੁਸੀਂ ਹੁਣ ਆਪਾਂ ਸਾਰੇ ਜਣੇ ਪੜ੍ਹ ਚੁੱਕੇ ਹਾਂ ਕਿ ਸੈਂਟੈਂਸਿਸ ਕੀ ਹੁੰਦੇ ਨੇ, ਸੈਂਟੈਂਸ ਦੇ ਹਿੱਸੇ ਕੀ ਹੁੰਦੇ ਨੇ, ਕਿਹੜੇ ਕਿਸਮ ਦੇ ਸੈਂਟੈਂਸ ਹੁੰਦੇ ਨੇ, ਕਿਸ ਤਰ੍ਹਾਂ ਆਪਾਂ ਸੈਂਟੈਂਸ ਨੂੰ ਲਿਖ ਸਕਦੇ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ ਕਿ ਤੁਸੀਂ ਇੱਕ ਸੈਂਟੈਂਸ ਕਿੱਦਾਂ ਲਿਖਣਾ ਹੈ, ਅਤੇ ਸੈਂਟੈਂਸਿਸ ਨੂੰ ਜੋੜ ਕੇ ਕੀ ਬਣਦਾ ਹੈ, ਪੈਰਾਗ੍ਰਾਫ, ਠੀਕ ਹੈ ਜੀ। ਜਿਵੇਂ ਕਿ ਤੁਸੀਂ ਸਾਰਿਆਂ ਨੇ ਇੱਕ ਪੈਰਾਗ੍ਰਾਫ ਲਿਖਣਾ ਹੈ ਕਿ ਆਪਣੇ ਸਕੂਲ ਬਾਰੇ ਲਿਖੋ, ਜਿਸ ਦੇ ਵਿੱਚ ਤੁਸੀਂ ਆਪਣੇ ਸਕੂਲ ਬਾਰੇ ਲਿਖ ਰਹੇ ਹੋ ਕਿ ਮੇਰਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮੰਡਗੜ੍ਹ ਹੈ। ਫਿਰ ਉਸ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਪੈਰਾਗ੍ਰਾਫ ਹੈ, ਤੁਸੀਂ ਆਪਣੇ ਉਸ ਦੇ ਵਿੱਚ ਸਕੂਲ ਦੇ ਫੀਚਰਸ ਦੱਸੋ, ਸਕੂਲ ਦੀਆਂ ਵਿਸ਼ੇਸ਼ਤਾਵਾਂ ਦੱਸੋ ਕਿ ਤੁਹਾਡੇ ਸਕੂਲ ਦੇ ਵਿੱਚ ਕਿੱਦਾਂ ਦੀ ਬਿਲਡਿੰਗ ਹੈ, ਕਿਹੜਾ ਕਲਰ ਹੋਇਆ ਵਾ ਹੈ, ਕਿਹੜੇ ਪਿੰਡ ਦੇ ਵਿੱਚ ਹੈ, ਕਿੰਨੀ ਜਗ੍ਹਾ ਦੇ ਵਿੱਚ ਬਣਿਆ ਹੋਇਆ। ਔਰ ਅਗਲਾ ਜਿਹੜਾ ਪੈਰਾਗ੍ਰਾਫ ਹੈ, ਫਿਰ ਤੁਸੀਂ ਉਸ ਦੇ ਵਿੱਚ ਵਿਚਲੀਆਂ ਚੀਜ਼ਾਂ ਬਾਰੇ ਦੱਸੋ ਕਿ ਤੁਹਾਡੇ ਸਕੂਲ ਦੇ ਵਿੱਚ ਕਿੰਨੇ ਬੱਚੇ ਨੇ, ਕਿੰਨਾ ਸਟਾਫ ਹੈ, ਕਿੰਨੇ ਟੀਚਰਸ ਨੇ, ਕਿਹੜੇ ਸਬਜੈਕਟ ਨੇ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਰਾਜੇ ਪੈਰਾਗ੍ਰਾਫਸ ਬਣਾਉਣੇ ਨੇ, ਜਿਸ ਦੇ ਵਿੱਚ ਤੁਸੀਂ ਵੱਖਰੇ ਸੈਂਟੈਂਸਿਸ ਨੂੰ ਜੋੜਨਾ। ਤਾਂ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਵੱਖਰੇ ਸੈਂਟੈਂਸਿਸ ਨੂੰ ਜੋੜ ਕੇ ਹੀ ਇੱਕ ਪੈਰਾਗ੍ਰਾਫ ਬਣਦਾ ਹੈ, ਅਤੇ ਜੇਕਰ ਤੁਸੀਂ ਆਪਣੇ ਸੈਂਟੈਂਸਿਸ ਨੂੰ ਚੰਗੀ ਤਰ੍ਹਾਂ ਲਿਖੋਗੇ ਤਾਂ ਹੀ ਤੁਹਾਡਾ ਜਿਹੜਾ ਪੈਰਾਗ੍ਰਾਫ ਹੈਗਾ ਹੈ ਉਹ ਵਧੀਆ ਹੋਏਗਾ, ਠੀਕ ਹੈ ਜੀ। ਹੁਣ ਇਹ ਸਾਰੇ ਟੌਪਿਕ ਨੂੰ ਸਮਝਣ ਤੋਂ ਬਾਅਦ ਮੈਨੂੰ ਲੱਗਦਾ ਹੈ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਟੌਪਿਕ ਚੰਗੀ ਤਰ੍ਹਾਂ ਨਾਲ ਸਮਝ ਆਇਆ ਹੋਏਗਾ, ਅਤੇ ਮੈਂ ਤੁਹਾਨੂੰ ਹੁਣ ਕੁਝ ਕੁਐਸਚਨਸ ਦੇਣਾ ਚਾਹੁੰਦੀ ਹਾਂ। ਤੁਸੀਂ ਇਹ ਸਾਰੇ ਕੁਐਸਚਨਸ ਨੂੰ ਨੋਟ ਡਾਊਨ ਕਰ ਸਕਦੇ ਹੋ ਆਪਣੀਆਂ ਬੁੱਕਸ ਕਾਪੀਆਂ ਦੇ ਵਿੱਚ, ਅਤੇ ਤੁਸੀਂ ਇਹਨਾਂ ਦੇ ਆਨਸਰਸ
ਕਰਨ ਦੀ ਕੋਸ਼ਿਸ਼ ਕਰਨੀ ਹੈ, ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਟੀਚਰਸ ਨੂੰ ਇਹਨਾਂ ਦੇ ਜਿਹੜੇ ਆਨਸਰਸ ਨੇ ਉਹ ਚੈੱਕ ਕਰਾਇਓ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖ ਲੈਂਦੇ ਹਾਂ ਕਿ ਅੱਜ ਆਪਾਂ ਕੀ ਪੜ੍ਹਿਆ ਸੀਗਾ। ਸਭ ਤੋਂ ਪਹਿਲਾਂ ਆਪਾਂ ਨੇ ਸੈਂਟੈਂਸਿਸ ਬਾਰੇ ਦੇਖਿਆ ਕਿ ਇੱਕ ਜਿਹੜਾ ਸੈਂਟੈਂਸ ਹੈਗਾ ਕੀ ਹੁੰਦਾ, ਫਿਰ ਉਹਦੇ ਹਿੱਸੇ ਦੇਖੇ ਕਿ 3 ਹਿੱਸੇ ਹੁੰਦੇ ਨੇ, ਸਬਜੈਕਟ, ਵਰਬ ਤੇ ਓਬਜੈਕਟ। ਠੀਕ ਹੈ ਜੀ। ਫਿਰ ਉਹਦੀਆਂ ਐਗਜ਼ਾਮਪਲਾਂ ਦੇਖੀਆਂ ਬੜੀਆਂ ਸਾਰੀਆਂ। ਫਿਰ ਆਪਾਂ ਨੇ ਦੇਖਿਆ ਕਿ ਜਿਹੜਾ ਸੈਂਟੈਂਸ ਹੈਗਾ ਉਸ ਦੇ ਵਿੱਚ ਜਿਹੜਾ ਓਬਜੈਕਟ ਹੁੰਦਾ ਉਹਦੀਆਂ ਵੀ ਵੱਖਰੀਆਂ ਕਿਸਮਾਂ ਨੇ, ਡਾਇਰੈਕਟ ਓਬਜੈਕਟ ਤੇ ਇਨਡਾਇਰੈਕਟ ਓਬਜੈਕਟ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਜਿਹੜਾ ਇੱਕ ਸੈਂਟੈਂਸ ਹੈਗਾ ਉਹਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, 2 ਕਿਸਮਾਂ, ਐਕਟਿਵ ਤੇ ਪੈਸਿਵ ਸੈਂਟੈਂਸਿਸ। ਐਸੇ ਤਰ੍ਹਾਂ ਫਿਰ ਅਗਲੀਆਂ ਕਿਸਮਾਂ ਪੜ੍ਹੀਆਂ ਕਾਹਦੇ ਅਕੋਰਡਿੰਗ, ਮਕਸਦ ਦੇ ਅਕੋਰਡਿੰਗ, ਕਿ ਕੀ ਮਕਸਦ ਹੈ ਸੈਂਟੈਂਸ ਦਾ, ਜਿਵੇਂ ਕਿ ਉਸ ਦੇ ਵਿੱਚ ਕਿਹੜੇ ਸੀਗੇ, ਡੈਕਲੇਰੇਟਿਵ ਸੈਂਟੈਂਸ, ਇੰਟੈਰੋਗੇਟਿਵ ਸੈਂਟੈਂਸ, ਇੰਪੈਰੇਟਿਵ ਸੈਂਟੈਂਸ। ਠੀਕ ਹੈ ਜੀ। ਐਕਸਕਲੇਮੇਟਰੀ ਸੈਂਟੈਂਸਿਸ। ਤਾਂ ਉਹ ਅਲੱਗ-ਅਲੱਗ 4 ਜਿਹੜੇ ਟਾਈਪ ਸੀਗੇ ਉਹਦੇ ਮਕਸਦ ਦੇ ਅਕੋਰਡਿੰਗ ਕਿ ਸੈਂਟੈਂਸ ਦੇ ਕਿਹੜੇ ਟਾਈਪ ਹੁੰਦੇ ਨੇ। ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਨੇ ਪੜ੍ਹਿਆ ਕਿ ਇੱਕ ਜਿਹੜਾ ਪੈਰਾਗ੍ਰਾਫ ਹੈਗਾ ਉਹ ਵੀ ਇੱਕ ਸੈਂਟੈਂਸਿਸ ਦਾ ਜੋੜ ਹੈ, ਸੈਂਟੈਂਸਿਸ ਨੂੰ ਜੋੜ ਕੇ ਹੀ ਇੱਕ ਪੈਰਾਗ੍ਰਾਫ ਬਣਦਾ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਕੁਐਸਚਨਸ ਦੇਣ ਲੱਗੀ ਹਾਂ। ਤੁਸੀਂ ਸਾਰਿਆਂ ਨੇ ਇਹ ਕੁਐਸਚਨਸ ਆਪਣੀ ਨੋਟਬੁੱਕ ਦੇ ਉੱਤੇ ਨੋਟ ਕਰਨੇ ਤੇ ਇਹਨਾਂ ਕੁਐਸਚਨਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ ਜੋ ਆਪਾਂ ਟੌਪਿਕ ਪੜ੍ਹਿਆ ਉਸ ਦੇ ਵਿੱਚੋਂ ਸਮਝ ਕੇ। ਠੀਕ ਹੈ ਜੀ। ਤੇ ਇਹ ਜਿਹੜੇ ਕੁਐਸਚਨਸ ਦੇ ਆਨਸਰ ਨੇ ਮੈਂ ਚਾਹੂੰਗੀ ਤੁਸੀਂ ਆਪਣੇ ਟੀਚਰਸ ਨੂੰ ਜ਼ਰੂਰ ਚੈੱਕ ਕਰਾਇਓ ਕਿ ਤੁਸੀਂ ਆਨਸਰਸ ਠੀਕ ਲਿਖੇ ਨੇ ਜਾਂ ਨਹੀਂ। ਠੀਕ ਹੈ ਜੀ। ਸਾਰੇ ਜਣੇ ਇਹ ਕੁਐਸਚਨਸ ਲਿਖ ਲਿਓ। ਸਭ ਤੋਂ ਪਹਿਲਾ ਕੁਐਸਚਨ ਹੈਗਾ ਦਾ ਪਾਰਟਸ ਆਫ ਸੈਂਟੈਂਸ ਐਂਡ ਦਾ ਪਾਰਟਸ ਆਫ ਸਪੀਚ ਆਰ ਦਾ ਸੇਮ ਥਿੰਗ। ਤੁਸੀਂ ਦੱਸਣਾ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ, ਕਿ ਪਾਰਟਸ ਆਫ ਸੈਂਟੈਂਸ ਤੇ ਪਾਰਟਸ ਆਫ ਸਪੀਚ ਜਿਹੜਾ ਹੈਗਾ ਏ ਉਹ ਸੇਮ ਹੁੰਦਾ। ਦੂਸਰਾ ਹੈਗਾ ਏ ਆਈਡੈਂਟੀਫਾਈ ਦਾ ਸਬਜੈਕਟ ਆਫ ਦਾ ਫੋਲੋਇੰਗ ਸੈਂਟੈਂਸ, ਦਾ ਡੌਗ ਚੇਸਡ ਦਾ ਟ੍ਰੈਸਪਾਸਿੰਗ ਕੈਟ। ਡੌਗ ਚੇਸਡ ਦਾ ਟ੍ਰੈਸਪਾਸਿੰਗ ਕੈਟ, ਇਸ ਸੈਂਟੈਂਸ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਸਬਜੈਕਟ ਕਿਹੜਾ ਹੈ। ਤੀਸਰਾ ਕੁਐਸਚਨ ਹੈ ਤੁਹਾਡਾ ਆਈਡੈਂਟੀਫਾਈ ਦਾ ਕੰਪਲੀਟ ਪ੍ਰੀਡਿਕੇਟ ਆਫ ਦਾ ਫੋਲੋਇੰਗ ਸੈਂਟੈਂਸ, ਦਾ ਗਰਲ ਵਾਕਡ ਇਨਟੂ ਦਾ ਰੂਮ। ਤੁਸੀਂ ਇਸ ਦੇ ਵਿੱਚ ਦੱਸਣਾ ਹੈ ਕਿ ਕਿਰਿਆ ਕੀ ਹੋ ਰਹੀ ਹੈ, ਦਾ ਗਰਲ ਵਾਕਡ, ਰੂਮ, ਇਨਟੂ ਦਾ ਰੂਮ, ਵਾਕਡ ਇਨਟੂ ਦਾ ਰੂਮ। ਠੀਕ ਹੈ ਜੀ। ਇਸ ਦੇ ਵਿੱਚ ਤੁਸੀਂ ਸਹੀ ਦੱਸਣਾ ਹੈ ਕਿਹੜਾ ਹੈ। ਐਵੇਂ ਹੀ ਚੌਥਾ ਕੁਐਸਚਨ ਹੈ ਤੁਹਾਡਾ ਵਟ ਆਰ ਦਾ 2 ਟਾਈਪਸ ਆਫ ਸਬਜੈਕਟ ਕੰਪਲੀਮੈਂਟਸ। ਸਬਜੈਕਟ ਕਿਹੜੇ ਹੁੰਦੇ ਨੇ, 2 ਤਰ੍ਹਾਂ ਦੇ, ਪ੍ਰੀਡਿਕਟਿਵ ਐਡਜੈਕਟਿਵ, ਪ੍ਰੀਡਿਕਟਿਵ ਨੋਮੀਨੇਟਿਵ, ਡਾਇਰੈਕਟ ਆਬਜੈਕਟ, ਇਨਡਾਇਰੈਕਟ ਆਬਜੈਕਟ, ਸਬਜੈਕਟ ਅਤੇ ਪ੍ਰੀਡਿਕੇਟ, ਪ੍ਰੈਪੋਜੀਸ਼ਨ ਤੇ ਕੰਜੰਕਸ਼ਨ। ਪੰਜਵਾਂ ਕੁਐਸਚਨ ਹੈ ਤੁਹਾਡਾ ਆਈਡੈਂਟੀਫਾਈ ਦਾ ਪ੍ਰੀਡਿਕੇਟ ਐਡਜੈਕਟਿਵ ਇਨ ਦਾ ਫੋਲੋਇੰਗ ਸੈਂਟੈਂਸ, ਸੈਬੈਜ਼ਮ ਵਿਲ ਬੀ ਐਕਸਟ੍ਰੀਮਲੀ ਪਲੀਜ਼ ਟੂ ਹੀਅਰ ਅਬਾਊਟ ਹਿਸ ਪ੍ਰੋਮੋਸ਼ਨ। ਇਸ ਸੈਂਟੈਂਸ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਕਿਹੜਾ ਐਡਜੈਕਟਿਵ ਹੈਗਾ, ਕਿਹੜੀ ਚੀਜ਼ ਹੈ ਜੋ ਵਿਸ਼ੇਸ਼ਤਾ ਦੱਸ ਰਹੀ ਹੈ ਇਸ ਸੈਂਟੈਂਸ ਦੀ। ਅਗਲਾ ਹੈ ਜੀ ਆਈਡੈਂਟੀਫਾਈ ਦਾ ਪ੍ਰੀਡਿਕੇਟ ਨਾਊਨ ਇਨ ਦਾ ਫੋਲੋਇੰਗ। ਤੁਸੀਂ ਇਸ ਦੇ ਵਿੱਚ ਦੱਸਣਾ ਹੈ ਕਿ ਕਿਹੜਾ ਇਸ ਦੇ ਵਿੱਚ ਪ੍ਰੀਡਿਕੇਟ ਹੈ ਜੋ ਕਿਰਿਆ ਹੋ ਰਹੀ ਹੈ। ਉਸ ਤੋਂ ਬਾਅਦ ਦੱਸਣਾ ਹੈ ਕਿ 2 ਤਰ੍ਹਾਂ ਦੇ ਆਬਜੈਕਟਸ ਕਿਹੜੇ ਹੁੰਦੇ ਨੇ, ਵਟ ਆਰ ਦਾ 2 ਟਾਈਪਸ ਆਫ ਆਬਜੈਕਟਸ ਇਨ ਦਾ ਸੈਂਟੈਂਸ ਸਟਰਕਚਰ। 8ਵਾਂ ਤੁਸੀਂ ਦੱਸਣਾ ਹੈ ਆਈਡੈਂਟੀਫਾਈ ਦਾ ਡਾਇਰੈਕਟ ਆਬਜੈਕਟ ਇਨ ਦਾ ਫੋਲੋਇੰਗ। ਇਸ ਸੈਂਟੈਂਸ ਦੇ ਵਿੱਚ ਦਾ ਮਾਈ ਬੌਸ ਫਾਇਰਡ ਮੀ, ਇਸ ਦੇ ਵਿੱਚ ਤੁਸੀਂ ਦੱਸਣਾ ਹੈ ਡਾਇਰੈਕਟ ਆਬਜੈਕਟ ਕਿਹੜਾ ਹੈ। ਉਸ ਤੋਂ ਬਾਅਦ ਤੁਸੀਂ ਦੱਸਣਾ ਹੈ ਆਈਡੈਂਟੀਫਾਈ ਦਾ ਇਨਡਾਇਰੈਕਟ ਆਬਜੈਕਟ। ਫਿਰ ਤੁਸੀਂ ਇਸ ਦੇ ਵਿੱਚ ਦੱਸਣਾ ਕਿ ਇਨਡਾਇਰੈਕਟ ਆਬਜੈਕਟ ਕਿਹੜਾ ਹੈ, ਦਾ ਪ੍ਰਿੰਸੀਪਲ ਅਵਾਰਡਡ ਕਨੋਰ ਦਾ ਮੈਡਲ। ਇਸ ਸੈਂਟੈਂਸ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਇਨਡਾਇਰੈਕਟ ਆਬਜੈਕਟ ਕਿਹੜਾ ਹੈ। ਅਗਲੇ ਸੈਂਟੈਂਸ ਦੇ ਵਿੱਚ ਤੁਸੀਂ ਦੱਸਣਾ ਹੈ, ਅਗਲੇ ਕੁਐਸਚਨ ਦੇ ਵਿੱਚ, ਦ ਵਰਬਸ ਆਫ ਸੈਂਟੈਂਸਿਸ ਦੈਟ ਡੂ ਨਾਟ ਹੈਵ ਡਾਇਰੈਕਟ ਆਬਜੈਕਟਸ ਆਰ ਕਾਲਡ ਇੰਟ੍ਰਾਂਸਟੀਟਿਵ। ਇਸ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਇਹ ਟਰੂ ਹੈ ਜਾਂ ਫਾਲਸ ਹੈ। ਠੀਕ ਹੈ ਜੀ। ਇਹ ਸਾਰੇ ਕੁਐਸਚਨਸ ਤੁਸੀਂ ਜ਼ਰੂਰ ਸੋਲਵ ਕਰਨੇ ਨੇ, ਜ਼ਰੂਰ ਇਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਥੈਂਕ ਯੂ।